ਜੀ। ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਗੁਰ ਰਾਮਦਾਸ ਗੁਣ ਗਾਵੋ, ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ, ਗੁਰ ਹਰਗੋਬਿੰਦ ਸੋਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹਾਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਗੁਰ ਗੋਬਿੰਦ ਸਿੰਘ ਬਿਸਾਲਾ, ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਣ ਸੋਏ। ਪਰਮ ਸਨਮਾਨਿਓ ਹਾਜ਼ਰਾ ਹਜ਼ੂਰ ਜਹਰਾ ਜਹੂਰ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਦਸਾਂ ਗੁਰੂਆਂ ਦੇ ਰੱਬੀ ਸਵਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦੀ ਪਾਕ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਬੜਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਦੇ ਪਾਕ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਕਥਾ ਵਾਰਤਾ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅਨੁਸਾਰ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ ਦੇ ਅਨੁਸਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੀਆਂ ਕੀਤੀਆਂ ਹੋਈਆਂ ਸੰਸਾਰ ਦੀਆਂ 4 ਉਦਾਸੀਆਂ ਦਾ ਜ਼ਿਕਰ ਆਪਾਂ ਸਰਵਣ ਕਰ ਰਹੇ ਹਾਂ। ਚੱਲ ਰਹੇ ਇਤਿਹਾਸ ਦੇ ਅੰਦਰ
ਕੱਲ ਦੇ ਪ੍ਰਸੰਗ ਦੇ ਵਿੱਚ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਵਣਜਾਰਿਆਂ ਦੇ ਦੇਸ਼ ਵਿੱਚ ਪਹੁੰਚੇ ਨੇ, ਜਿੱਥੇ ਵਣਜਾਰਿਆਂ ਦਾ ਬਹੁਤ ਵੱਡਾ ਇਕੱਠ ਹੈ। ਵਣਜਾਰਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਭਾਈ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੇ ਜਾ ਕਰਕੇ ਬੈਠੇ ਨੇ, ਜਿਸ ਅਸਥਾਨ ਤੇ ਵਣਜਾਰਾ ਜਿਹੜਾ ਰਾਜਾ ਹੈ ਉਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ, ਜਿਹਦੇ ਕਾਰਨ ਬਹੁਤ ਖੁਸ਼ੀ ਉਸ ਰਾਜੇ ਦੇ ਪ੍ਰਜਾ ਦੇ ਵਿੱਚ ਫੈਲੀ ਹੋਈ ਹੈ। ਉਸ ਖੁਸ਼ੀ ਦੇ ਕਾਰਨ ਇੰਨੇ ਮਸਤ ਨੇ ਕਿ ਜਿਸ ਅਸਥਾਨ ਤੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਨੇ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਰ ਹੀ ਨਹੀਂ ਲਈ, ਕਿਸੇ ਤਰ੍ਹਾਂ ਦੀ ਕੋਈ ਸੇਵਾ ਨਹੀਂ ਕਰਨੀ ਕੀਤੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਹਨਾਂ ਦਾ ਸਾਥੀ ਭਾਈ ਮਰਦਾਨਾ ਪੁੱਛਦਾ ਹੈ ਕਿ ਗੁਰੂ ਜੀ, ਇਹ ਤਾਂ ਆਪਣੀਆਂ ਹੀ ਰੰਗ ਰਲੀਆਂ ਦੇ ਵਿੱਚ ਰੁੱਝੇ ਹੋਏ ਨੇ, ਇਹਨਾਂ ਚੋਂ ਕਿਸੇ ਨੇ ਵੀ ਤੁਹਾਡੀ ਸਾਰ ਨਹੀਂ ਲੈਣੀ ਕੀਤੀ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕੀਤਾ ਹੈ ਕਿ ਮਰਦਾਨਿਆ, ਜਿਹੜਾ ਬਾਲਕ ਇਹਨਾਂ ਦੇ ਗ੍ਰਹਿ ਵਿਖੇ ਜਨਮਿਆ ਹੈ, ਜਿਹੜੇ ਬਾਲਕ ਦਾ ਜਨਮ ਇਹਨਾਂ ਦੇ ਰਾਜ ਦੇ ਵਿੱਚ ਹੋਇਆ ਹੈ, ਇਹ ਬਾਲਕ ਇਸ ਰਾਜੇ ਦਾ ਕਰਜ਼ਾ ਲੈਣ ਵਾਸਤੇ ਆਇਆ ਹੈ। ਹੁਣ ਤਾਂ ਇਹ ਖੁਸ਼ੀਆਂ ਮਨਾ ਰਹੇ ਨੇ, ਪਰ ਜਦੋਂ ਸਵੇਰ ਹੋਵੇਗੀ ਇਹ ਬੱਚੇ ਦੀ ਮੌਤ ਹੋ ਜਾਵੇਗੀ, ਜਿਸ ਕਾਰਨ ਇਹ ਰਾਜਾ ਜਿਹੜਾ ਵਿਰਲਾਪ ਕਰੇਗਾ ਤੇ ਇਹਨੂੰ ਦੁੱਖ ਜਿਹੜੇ ਉਹ ਭੁਗਤਣੇ ਪੈਣਗੇ। ਜਦੋਂ ਇਹ ਸਾਰੀ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਸਮਝਾਈ ਹੈ, ਅੰਮ੍ਰਿਤ ਵੇਲਾ ਹੋਇਆ ਹੈ ਤੇ ਰਾਜੇ ਨੇ ਕੀ ਦੇਖਿਆ ਹੈ ਕਿ ਉਸ ਰਾਜੇ ਦਾ ਪੁੱਤਰ ਜਿਹੜਾ ਹੈ ਉਹ ਮਰਿਆ ਹੋਇਆ। ਹੁਣ ਜਿਹੜੇ ਕੁਝ ਸਮਾਂ ਪਹਿਲਾਂ ਖੁਸ਼ੀਆਂ ਮਨਾ ਰਹੇ ਸਨ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ ਤੇ ਰਾਜਾ ਉਹਨਾਂ ਦੀਆਂ ਵਧਾਈਆਂ ਨੂੰ ਪ੍ਰਵਾਨ ਕਰ ਰਿਹਾ ਸੀ, ਹੁਣ ਉਸੇ ਰਾਜ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਉਹ ਛਾਈ ਹੋਈ। ਤੇ ਭਾਈ ਮਰਦਾਨਾ ਜੀ ਨੇ ਫੇਰ ਪੁੱਛਿਆ ਕਿ ਗੁਰੂ ਜੀ ਇਹ ਕੀ ਕਾਰਨ ਹੈ? ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਮਰਦਾਨਿਆ ਰਬਾਬ ਛੇੜ। ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਹੈ ਤੇ ਉੱਚੀ ਆਵਾਜ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗਲ ਸ਼ਬਦ ਉਚਾਰਿਆ ਸੀ ਕਿ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਾਇਆ ਗੁਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ, ਨਾਮ ਰਜਾਤ ਆਇਆ ਘਲ ਪੀਤਰ ਬਾਹੜ ਜਾਸੀ ਨਾਂਗਾ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਾਇਆ ਗੁਰਭਾਸ। ਇਹ ਸਾਰਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਉਚਾਰਿਆ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੋਂ ਇਹ ਸ਼ਬਦ ਉਚਾਰਦੇ ਹੋਏ ਅੱਗੇ ਸਾਧ ਸੰਗਤ ਜੀ ਤੁਰ ਪਏ ਨੇ। ਅੱਗੇ ਹੁਣ ਇੱਕ ਫੇਰ ਰਾਜੇ ਦੇ ਦੇਸ਼ ਵਿੱਚ ਪਹੁੰਚੇ ਨੇ, ਜਿੱਥੋਂ ਦਾ ਰਾਜਾ ਬਹੁਤ ਜ਼ਾਲਮ ਸੀ, ਪ੍ਰਜਾ ਦੇ ਉੱਪਰ ਬਹੁਤ ਕਸ਼ਟ ਜਿਹੜੇ ਉਹ ਕਰਦਾ ਸੀ। ਉਸ ਰਾਜੇ ਦੀ ਵਾਰਤਾ ਅੱਜ ਦੇ ਪ੍ਰਸੰਗ ਦੇ ਵਿੱਚ ਕੀ ਹੋਵੇਗੀ, ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿੱਤ, ਨਿਮਰਤਾ ਦੇ ਘਰ ਦੇ ਵਿੱਚ ਆਈਏ, ਰਸਨਾ ਨੂੰ ਕਰੀਏ ਪਵਿੱਤਰ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ, ਬੁਲਾਈਏ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਪਈ ਸ਼੍ਰੀ ਅੰਗਦ ਸੁਣੀਏ ਸੁਖਦਾਨੀ, ਆਗੇ ਗਵਣ ਕੀਨ ਗੁਣ ਖਾਨੀ। ਹਬਸ਼ ਵਿਲਾਇਤ ਗਏ ਦਇਆਲਾ, ਪਾਤਸ਼ਾਹ ਤਾ ਦੁਸ਼ਟ ਬਿਸਾਲਾ। श्री अंगद सुनिए सुखदानी,
आगे गमन कीन गुण खानी। भाई बाला जी ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਥੀ ਨੇ, ਹੁਣ ਪਹਿਲੇ ਦੀ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਦੱਸ ਰਹੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਨਾ ਕਰੋ ਕਿ ਗੁਣਾ ਦੀ ਖਾਨ ਬੇਦੀ ਕੁਲ ਦੇ ਦੀਪਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਪਹੁੰਚੇ ਹਨ। ਹਬਸ਼ ਵਿਲਾਇਤ ਗਏ ਦਇਆਲਾ, ਪਾਤਸ਼ਾਹ ਤੈ ਦੁਸ਼ਟ ਬਿਤਾਲਾ। ਤੇ ਪਹੁੰਚੇ ਕਿੱਥੇ ਨੇ? ਜਿੱਥੇ ਹਬਸ਼ ਵਿਲਾਇਤ ਦੇਸ਼ ਬਣਿਆ ਹੋਇਆ ਹੈ, ਜਿੱਥੋਂ ਦਾ ਰਾਜਾ ਬਹੁਤ ਜ਼ਾਲਮ ਸੀ, ਪ੍ਰਜਾ ਦੇ ਉੱਪਰ ਬਹੁਤ ਜ਼ਿਆਦਾ ਜਿਹੜੇ ਸਾਧ ਸੰਗਤ ਜੀ ਕਸ਼ਟ ਦਿੰਦਾ ਸੀ, ਉਸ ਰਾਜ ਦੇ ਵਿੱਚ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਹਨ। ਹਿੰਦੂ ਨਰ ਤਿਸ ਦੇਸ਼ ਜੇ ਆਵੈ, ਗਹ ਤਾਹੇ ਜਮ ਧਾਮ ਪਠਾਵੈ। ਉਸ ਰਾਜੇ ਦਾ ਇੱਕ ਅਸੂਲ ਸੀ, ਉਸ ਰਾਜੇ ਨੇ ਇੱਕ ਮਰਿਆਦਾ ਬੰਨੀ ਹੋਈ ਸੀ ਕਿ ਉਸ ਰਾਜੇ ਦੇ ਰਾਜ ਦੇ ਵਿੱਚ ਜੇਕਰ ਕੋਈ ਹਿੰਦੂ ਆਣ ਦਾਖਲ ਹੁੰਦਾ ਸੀ ਨਾ, ਉਸ ਰਾਜੇ ਦੇ ਪਾਸੋਂ ਉਸ ਹਿੰਦੂ ਦੀ ਜਿਹੜੀ ਆਉਣ ਦੀ ਸਾਧ ਸੰਗਤ ਜੀ ਜਰੀ ਨਹੀਂ ਸੀ ਜਾਂਦੀ। ਹੁਣ ਜਦੋਂ ਉਹ ਹਿੰਦੂ ਰਾਜੇ ਨੂੰ ਦੇਖ ਲੈਂਦਾ ਸੀ ਤੇ ਝੱਟ ਉਸ ਹਿੰਦੂ ਨੂੰ ਫੜ ਕਰਕੇ ਤੇ ਜਮਾ ਦੇ ਪਾਸ ਪਹੁੰਚਾ ਦਿੰਦਾ ਸੀ। ਤਿਸ ਕੀ ਧੂਮ ਪ੍ਰਗਟ ਭਈ ਸਾਰੇ, ਜੋ ਹਿੰਦੂ ਪਾਵਹਿ ਤੇ ਮਾਰੇ। ਤੇ ਸਾਰੇ ਦੇਸ਼ ਦੇ ਵਿੱਚ ਉਹਦਾ ਸਾਧ ਸੰਗਤ ਜੀ ਜਸ ਫੈਲਿਆ ਹੋਇਆ ਸੀ ਕਿ ਇਸ ਰਾਜੇ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਜੇਕਰ ਇਸ ਨੂੰ ਰਾਜੇ ਦੇ ਵਿੱਚ ਕੋਈ ਵੀ ਹਿੰਦੂ ਦਿਸਦਾ ਹੈ, ਜੇਕਰ ਇਸ ਰਾਜੇ ਦੇ ਵਿੱਚ ਕੋਈ ਵੀ ਹਿੰਦੂ ਆ ਜਾਵੇ ਤਾਂ ਇਹ ਰਾਜਾ ਉਸ ਨੂੰ ਸਹਾਰਦਾ ਨਹੀਂ, ਉਹਨਾਂ ਸਾਰੇ ਹਿੰਦੂਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਪਹੁੰਚੇ ਸਤਿਗੁਰ ਨਾਮ ਜਪਾਵਣ, ਠੇਡੇ ਚਲਤ ਸੂਦ ਮਗ ਪਾਵਣ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੋਕਾਂ ਨੂੰ ਪ੍ਰਭੂ ਦਾ ਨਾਮ ਜਪਾਵਣ ਲਈ ਤੇ ਜਿਹੜੇ ਟੇਢੇ ਰਾਹ ਤੇ ਚੱਲ ਰਹੇ ਹੋਏ ਲੋਕ ਨੇ, ਜਿਹੜੇ ਕੋ ਕਰਮਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਸਿੱਧੇ ਰਸਤੇ ਤੇ ਪਾਵਣ ਲਈ ਕਰਤ ਕੋ ਕਰਮ ਸੇ ਸਰਬ ਹਟਾਵਣ, ਨੀਕੋ ਧਰਮ ਉਪਦੇਸ਼ ਦ੍ਰਿੜਾਵਣ। ਉਹਨਾਂ ਸਾਰਿਆਂ ਨੂੰ ਜਿਹੜੇ ਲੋਕ ਉਸ ਰਾਜੇ ਦੇ ਅਧੀਨ ਹੋ ਕੇ ਕੁਕਰਮ ਕਰਦੇ ਸਨ, ਭੈੜੀਆਂ ਆਦਤਾਂ ਉਹਨਾਂ ਰਾਜੇ ਦੇ ਵਜ਼ੀਰਾਂ ਨੂੰ ਪਈਆਂ ਹੋਈਆਂ ਸਨ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਰਾਜਿਆਂ ਨੂੰ ਸਾਧ ਸੰਗਤ ਜੀ ਚੰਗੀ ਦਿਸ਼ਾ ਦੇ ਵੱਲ ਤੋਰਨ ਲਈ, ਚੰਗੇ ਧਰਮ ਦਾ ਜਿਹੜਾ ਉਪਦੇਸ਼ ਦ੍ਰਿੜਾਉਣ ਲਈ ਉਸ ਅਸਥਾਨ ਤੇ ਪਹੁੰਚੇ ਹਨ। ਦੋਹਰਾ ਤੇ ਛਿਨ ਖਿਲਕ ਆਕਾਸ਼ ਤੇ ਉਤਰਿਓ, ਗੁਰ ਢਿਗ ਆਏ। ਅਚਾਨਕ ਕੀ ਵਾਪਰਿਆ ਕਿ ਜਿਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਬੈਠੇ ਹੋਏ ਨੇ, ਐਸੀ ਹੋਣੀ ਵਾਪਰੀ ਹੈ ਕਿ ਆਕਾਸ਼ ਦੇ ਵਿੱਚ ਇੱਕ ਚੋਲਾ ਉਤਰ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆਇਆ ਹੈ। ਰੰਗ ਨ ਜਾਣਿਓ ਜਾਵਹੀ, ਅਚਰਜ ਬਣਿਓ ਬਣਾਏ। ਤੇ ਉਸ ਚੋਲੇ ਦਾ ਰੰਗ ਸਾਧ ਸੰਗਤ ਜੀ ਜਾਣਿਆ ਨਹੀਂ ਸੀ ਜਾ ਸਕਦਾ। ਉਸ ਦਾ ਰੰਗ ਜਿਹੜਾ ਸੀ ਉਹ ਆਸ਼ਚਰਜ ਬਣਿਆ ਹੋਇਆ ਸੀ, ਜਿਸ ਨੂੰ ਕੋਈ ਵੀ ਲੱਖ ਨਹੀਂ ਸੀ ਸਕਦਾ। ਚੌਪਈ ਸਰਬ ਭਾਂਤ ਕੇ ਲਿਖੀਏ ਅੱਖਰ, ਹਿੰਦਵੀ ਬਹੁਰ ਪਾਰਸੀ ਤਾਂ ਪਰ। ਤੇ ਉਸ ਚੋਲੇ ਦੇ ਉੱਪਰ
ਬਹੁਤ ਭਾਸ਼ਾਵਾਂ ਦੇ ਅੱਖਰ ਲਿਖੇ ਹੋਏ ਨੇ। ਉਹ ਭਾਸ਼ਾਵਾਂ ਵੀ ਕਿਹੜੀਆਂ ਨੇ? ਹਿੰਦੀ, ਅਰਬੀ ਤੇ ਫਾਰਸੀ। ਸਾਧ ਸੰਗਤ ਜੀ, ਜਿਨ੍ਹਾਂ ਦੇ ਅੱਖਰ ਉਸ ਚੋਲੇ ਤੇ ਮੜੇ ਹੋਏ ਸਨ। अरबी और तोर की जोए, संस्कृति जो अखर सोए। संस्कृत भाषा दे अखर, अरबी दी जड़ी वर्णमाला है, वो सारे साध संगत जी बड़े तरीके दे नाल उस चोले दे उपर परोए हुए हन। सो खिल काले गुर घर पायो, रंग कुदरती अदक सुहायो। ते जदों ओ चोला आकाश दे विचों आया है, हुण गुरु नानक देव जी महाराज जी ने जिहड़ा ओ चोला है साध संगत जी अपने तन ते धारिया है, ते कुदरती रंग होण करके गुरु नानक देव जी महाराज जी दे तन ते बहुत सुंदर भाव की शोभा पा रहा है। जेहपुर विखे रहा अपनी पा, बैठे तेह के जाए समीपा। हुण गुरु नानक देव जी महाराज उस स्थान ते जा करके बैठे ने जिथे साध संगत जी ओ कुकर्मी राजा रहिंदा है, जिहड़ा प्रजा दे उपर बहुत ज्यादा कष्ट दिंदा है। जब नारनिक सब लोग क्यों आई, रहे विशाल हृदय बस माई। ते जदों हुण लोकां ने बाहर आ करके गुरु नानक देव जी महाराज जी नूं देखिया है कि ये किहड़ा एक अनिखड़वे चोले वाला साडे राज दे विच आया होया है। सारे उस राज दे लोग गुरु नानक देव जी महाराज जी नूं साध संगत जी वेख करके मन दे विच बहुत ज्यादा हैरान होए ने, ते आपस दे विच विचार करन लगे हन। प्रगट नगर में जब सुध होई, ताए ताए देखा सब कोई। हुण जदों गुरु नानक देव जी महाराज उस नगर दे विच पहुंचे ने, ते जदों साध संगत जी लोकां ने देखिया है कि आ जिहड़ा चोला किसे पुरख ने पहनिया होया है, ये आ निखड़वे चोले वाला किहड़ा मनुख है। सारे नगर दे विच जा करके ये खबर फैला दित्ती है। ते उस खबर नूं जदों साध संगत जी राज दे लोकां ने सुनिया है, ते सारे राज दे लोग भज करके उत्थे आए हन। पातशाह के जाए अगारी, नरण सुनाए दीन सुध सारी। हुण सारे लोकां ने जा करके बादशाह दे कोल ये सारी वार्ता जाके दसी है। सारा समाचार उस राजे नूं दिता है। वो समाचार की है? वहर एक आयो दरवेशा, सुनियो न पिखियो खिलक घर ऐसा। ते कहन लगे ने कि राजन, साडे देश दे विच एक अजिहा दरवेश आया होया है, जिसने आ निखड़वा चोला पहलिया होया है, जेड़ा तां ना कदी असी देखिया है ते ना जिहदे बारे कदी असी सुनना कीता है। कुरान के 30 सुपारे, ता पर लिख राखे हैं सारे। हुण ओ बादशाह नूं दसन लगे ने कि जेड़े उस चोले दे उपर अखर मड़े होए ने, ਉਹਦੇ ਵਿੱਚ ਕੁਰਾਨ ਦੇ ਜਿਹੜੇ 30 ਅਧਿਆਏ ਨੇ ਉਸ ਚੋਲੇ ਦੇ ਉੱਪਰ ਮੜੇ ਹੋਏ ਨੇ, ਜਿਹੜਾ ਚੋਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਤਨ ਤੇ ਧਾਰਿਆ ਹੋਇਆ ਹੈ। ਅਛਰ 5 ਪ੍ਰਕਾਰ ਜੋ ਲਿਖੇ ਸਰਬਨੀ ਕੀ ਵਿਦ ਸੋ। ਤੇ 5 ਪ੍ਰਕਾਰ ਦੇ ਵੱਖਰੇ ਅੱਖਰ ਨੇ।
ਜਿਹੜੇ ਉਸ ਚੋਲੇ ਤੇ ਬਹੁਤ ਛੋਟੇ ਢੰਗ ਦੇ ਨਾਲ ਲਿਖੇ ਹੋਏ ਨੇ ਤੇ ਉਸ ਚੋਲੇ ਦੀ ਸੁੰਦਰਤਾ ਨੂੰ ਵਧਾ ਰਹੇ ਹਨ। ਦੋਹਰਾ ਸੁਣਿਓ ਸ਼੍ਰੋਣ ਪਾਤਸ਼ਾਹੀ ਤਬ ਲੀਨ ਵਜ਼ੀਰ ਬੁਲਾਏ। ਹੁਣ ਬਾਦਸ਼ਾਹ ਨੇ ਜਦੋਂ ਆਪਣੇ ਕੰਨਾਂ ਦੇ ਨਾਲ ਆਪਣੇ ਨਗਰ ਦੇ ਲੋਕਾਂ ਦੀ ਇਹ ਗਾਥਾ ਸੁਣੀ ਹੈ ਤੇ ਕੀ ਕੀਤਾ ਏ ਕਿ ਜਿਹੜੇ ਉਸ ਰਾਜੇ ਨੇ ਆਪਣੇ ਮਹਿਲ ਦੇ ਵਿੱਚ ਵਜ਼ੀਰ ਨਿਯੁਕਤ ਕੀਤੇ ਹੋਏ ਨੇ, ਉਹ ਸਾਰੇ ਵਜ਼ੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੋਭਾ ਜਦੋਂ ਸੁਣੀ ਹੈ, ਰਾਜੇ ਨੂੰ ਜਦੋਂ ਇਹ ਗੱਲ ਦੱਸੀ ਗਈ ਹੈ ਤੇ ਸਾਧ ਸੰਗਤ ਰਾਜੇ ਨੇ ਉਹ ਸਾਰੇ ਵਜ਼ੀਰ ਆਪਣੇ ਕੋਲ ਬੁਲਾ ਲਏ ਹਨ। ਵਹਿਰ ਏਕ ਦਰਵੇਸ਼ ਹੈ ਖਿਲਕ ਉਤਾਰੋ ਜਾਏ। ਤੇ ਆਪਣੇ ਵਜ਼ੀਰਾਂ ਨੂੰ ਹੁਕਮ ਕੀ ਕੀਤਾ ਹੈ, ਕਿਉਂਕਿ ਸਾਧ ਸੰਗਤ ਜੀ ਜਦੋਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਦੀ ਚੜ੍ਹਾਈ ਹੋ ਰਹੀ ਹੋਵੇ ਨਾ, ਤੇ ਕੋਈ ਕਿਸੇ ਨੂੰ ਦੇਖ ਕੇ ਜਰਦਾ ਨਹੀਂ, ਉਲਟਾ ਉਸ ਮਨੁੱਖ ਨੂੰ ਢਾਹ ਲਾਉਣ ਲਈ ਕਈ ਤਰ੍ਹਾਂ ਦੇ ਦੋਸ਼ ਮੜੇ ਜਾਂਦੇ ਨੇ, ਕਈ ਤਰ੍ਹਾਂ ਦੀਆਂ ਉਹਦੇ ਤੇ ਸਾਧ ਸੰਗਤ ਜੀ ਤੌਮਤਾਂ ਲਾਈਆਂ ਜਾਂਦੀਆਂ ਨੇ ਕਿ ਆਹ ਮਨੁੱਖ ਤੇ ਇਸ ਤਰ੍ਹਾਂ ਕਰ ਰਿਹਾ ਹੈ, ਆਹ ਮਨੁੱਖ ਇਸ ਤਰ੍ਹਾਂ ਕਰ ਰਿਹਾ ਹੈ। ਕਰਦੇ ਕਿਹੜੇ ਲੋਕ ਨੇ ਜਿਨ੍ਹਾਂ ਦੀ ਮਾੜੀ ਬਿਰਤੀ ਹੈ। ਸਾਧ ਸੰਗਤ ਜੀ ਜੇਕਰ ਕੋਈ ਮਨੁੱਖ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜੇਕਰ ਕਿਸੇ ਨੂੰ ਰੱਬ ਦੀ ਕੋਈ ਗੱਲ ਸੁਣਾ ਰਿਹਾ ਹੈ, ਜੇਕਰ ਚੰਗੇ ਪੰਥ ਤੇ ਤੋਰ ਰਿਹਾ ਹੈ, ਜੇ ਮੰਨ ਲਓ ਗੁਰੂ ਦੀਆਂ ਕਥਾ ਕਹਾਣੀਆਂ ਕਰ ਰਿਹਾ ਹੈ, ਤੇ ਅੱਜ ਮੈਂ ਵੇਖਿਆ ਕਿ ਲੋਕਾਂ ਦਾ ਸੁਭਾਅ ਇਹ ਬਣਿਆ ਹੋਇਆ ਕਿ ਉਹ ਕਹਿੰਦਾ ਕਿ ਇਹ ਗਲਤ ਕਰ ਰਿਹਾ, ਆਪ ਦਾ ਤਾਂ ਇਹਦਾ ਜੀਵਨ ਨਹੀਂ ਤੇ ਲੋਕਾਂ ਨੂੰ ਸੁਧਾਰਦਾ ਫਿਰਦਾ ਹੈ। ਇਸ ਤਰ੍ਹਾਂ ਦੀ ਸਾਧ ਸੰਗਤ ਜੀ ਫਿਤਰਤ ਬਣੀ ਹੋਈ ਆ ਲੋਕਾਂ ਦੀ। ਪਰ ਸਾਧ ਸੰਗਤ ਜੀ ਇਹ ਲੋਕਾਂ ਨੂੰ ਪਤਾ ਨਹੀਂ ਕਿ ਜਿਹੜੇ ਲੋਕ ਜਿਹਦੀ ਨਿੰਦਾ ਕਰ ਰਹੇ ਨੇ ਉਹਦਾ ਤਾਂ ਭਾਰ ਹੌਲਾ ਹੋ ਰਿਹਾ ਹੈ, ਉਹਦੇ ਜਿਹੜੇ ਪਾਪ ਉਹ ਕੱਟੇ ਜਾ ਰਹੇ ਨੇ, ਪਰ ਜਿਹੜਾ ਮਨੁੱਖ ਨਿੰਦਾ ਕਰ ਰਿਹਾ ਹੈ ਉਹਦਾ ਜਿਹੜਾ ਭਾਰ ਉਹ ਹੋਰ ਵੱਧਦਾ ਜਾ ਰਿਹਾ। ਤੇ ਸਾਧ ਸੰਗਤ ਜੀ ਆਪਾਂ ਕੋਸ਼ਿਸ਼ ਕਰੀਏ ਕਿ ਸਾਡੀ ਵੀ ਐਸੀ ਬਿਰਤੀ ਨਾ ਬਣੇ। ਜੇਕਰ ਕੋਈ ਚੰਗਾ ਮਨੁੱਖ ਕਰਮ ਕਰਦਾ ਏ ਤੇ ਉਹਦੇ ਵੱਲ ਵੇਖ ਕੇ ਸਾਨੂੰ ਖੁਸ਼ ਹੋਣਾ ਚਾਹੀਦਾ, ਨਾ ਕਿ ਸਾਨੂੰ ਕੋਈ ਮਾੜੀ ਬਿਰਤੀ ਉਹਦੇ ਪ੍ਰਤੀ ਰੱਖਣੀ ਚਾਹੀਦੀ, ਕਿਉਂਕਿ ਕਿਸੇ ਨੂੰ ਚੰਗੇ ਕੰਮ ਵੱਲ ਕੋਈ ਤੋਰ ਸਕਦਾ ਏ, ਮਾੜੇ ਕੰਮ ਵੱਲ ਤਾਂ ਹਰੇਕ ਸਾਰਿਆਂ ਨੂੰ ਤੋਰ ਲੈਂਦੇ ਨੇ। ਪਰ ਸਾਧ ਸੰਗਤ ਜੀ ਚੰਗਾ ਰਸਤਾ ਕੋਈ ਮਨੁੱਖ ਹੈ ਜਿਹੜਾ ਵਿਰਲਾ ਹੀ ਦੱਸਦਾ ਏ। ਹੁਣ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਉਣਾ ਉਸ ਰਾਜੇ ਨੇ ਸੁਣਿਆ ਏ ਤੇ ਆਪਣੇ ਵਜ਼ੀਰਾਂ ਨੂੰ ਹੁਕਮ ਦਿੱਤਾ ਏ ਕਿ ਸਾਡੇ ਨਗਰ ਦੇ ਵਿੱਚ ਗਬਾਰ ਦਰਵੇਸ਼ ਹੈ, ਜਿਹੜਾ ਉਸ ਨੇ ਚੋਲਾ ਪਾਇਆ ਹੋਇਆ ਹੈ ਉਸ ਨੂੰ ਤੁਸੀਂ ਉਤਾਰ ਲਵੋ। ਚਾਪਈ ਆਇਸ ਮਾਨੀ ਚਲਿਓ ਵਜ਼ੀਰਾਂ ਆਇਓ ਸ਼੍ਰੀ ਨਾਨਕ ਕੇ ਤੀਰਾਂ। ਹੁਣ ਰਾਜੇ ਦਾ ਹੁਕਮ ਮੰਨਿਆ ਉਹਨਾਂ ਵਜ਼ੀਰਾਂ ਨੇ, ਹੁਕਮ ਮੰਨ ਕਰਕੇ ਉਹ ਵਜ਼ੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆਏ ਨੇ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆ ਕਰਕੇ ਸਾਰੇ ਖੜੇ ਹੋ ਗਏ ਹਨ। ਠਾਂਡੇ ਹੋਇ ਕਰ ਗਿਰਾ ਉਚਾਰੀ ਦੇਹ ਖਿਲ ਕਾ ਦਰਵੇਸ਼ ਉਤਾਰੀ। ਉਹਨਾਂ ਵਜ਼ੀਰਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਹਾ ਹੈ ਕਿ ਦਰਵੇਸ਼ ਆ ਜਿਹੜਾ ਚੋਲਾ ਤੁਸੀਂ ਤਨ ਤੇ ਪਹਿਨਿਆ ਹੋਇਆ ਹੈ ਨਾ, ਕਿਰਪਾ ਕਰਕੇ ਜੇਕਰ ਤੁਸੀਂ ਇਹ ਚੋਲਾ ਆਪਣੇ ਤਨ ਤੋਂ ਉਤਾਰਨਾ ਕਰੋ। ਪਾਤਸ਼ਾਹੀ ਮੰਗਵਾਵਤ ਪਾਸੂ ਹੁਕਮ ਨਾ ਮੋਰੋ ਦੇ ਦੁਖ ਰਾਸੂ। ਤੇ ਕਹਿਣ ਲੱਗੇ ਨੇ ਕਿ ਇਹ ਜਿਹੜਾ ਚੋਲਾ ਅਸੀਂ ਤੁਹਾਨੂੰ ਲਾਉਣ ਲਈ ਕਹਿ ਰਹੇ ਹਾਂ, ਇਹ ਚੋਲਾ ਸਾਡੇ ਬਾਦਸ਼ਾਹ ਨੇ ਮੰਗਵਾਇਆ ਏ। ਜੇਕਰ ਅਸੀਂ ਉਸ ਬਾਦਸ਼ਾਹ ਦਾ ਹੁਕਮ ਨਹੀਂ ਨਾ ਮੰਨਾਂਗੇ ਤੇ ਸਾਨੂੰ ਉਹ ਰਾਜਾ ਬਹੁਤ ਕਸ਼ਟ ਦੇਵੇਗਾ।
ਜਿਹਦੇ ਨਾਲ ਸਾਨੂੰ ਬਹੁਤ ਸਾਰੇ ਦੁੱਖ ਜਿਹੜੇ ਉਹ ਝੱਲਣੇ ਪੈਣਗੇ। ਸੁਨ ਕੈ ਸ੍ਰੀ ਗੁਰ ਬੈਣ ਉਚਾਰੇ, ਜੇ ਉਤਰੇ ਤੌਲਿਓ ਉਤਾਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਸਾਰੀ ਗੱਲ ਉਹਨਾਂ ਰਾਜੇ ਦੇ ਵਜ਼ੀਰਾਂ ਦੀ ਸੁਣੀ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਅਦ ਚ ਐਸੀ ਕਲਾ ਵਰਤਾਈ ਹੈ, ਉਹਨਾਂ ਵਜ਼ੀਰਾਂ ਨੂੰ ਆਖਿਆ ਏ ਕਿ ਜੇਕਰ ਤੁਹਾਡੇ ਪਾਸੋਂ ਇਹ ਚੋਲਾ ਮੇਰੇ ਤਨ ਤੋਂ ਉਤਾਰਿਆ ਜਾਂਦਾ ਹੈ, ਜੇਕਰ ਤੁਹਾਡੇ ਵਿੱਚ ਦਮ ਹੈ ਤੇ ਆ ਚੋਲਾ ਜਿਹੜਾ ਮੇਰੇ ਸਰੀਰ ਤੇ ਪਹਿਨਿਆ ਹੋਇਆ ਤੁਸੀਂ ਉਤਾਰ ਲਵੋ। ਮਿਲ ਕਰ ਸਭ ਉਤਾਰਨ ਆਏ, ਉਤਰਿਓ ਨਹੀਂ ਜੋਰ ਬੌਲਾਏ। ਸਾਰੇ ਵਜ਼ੀਰਾਂ ਨੇ ਮਿਲ ਕੇ ਸਾਧ ਸੰਗਤ ਜੀ ਬਹੁਤ ਤਾਕਤ ਲਾਈ ਹੈ, ਬਹੁਤ ਜ਼ੋਰ ਲਾਇਆ ਹੈ, ਬਹੁਤ ਸਾਧ ਸੰਗਤ ਜੀ ਤਰੀਕੇ ਵਰਤੇ ਨੇ, ਪਰ ਉਹ ਜਿਹੜਾ ਚੋਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਨ ਤੇ ਪਹਿਨਿਆ ਹੋਇਆ ਹੈ ਨਾ, ਉਹ ਸਾਧ ਸੰਗਤ ਜੀ ਉਹਨਾਂ ਵਜ਼ੀਰਾਂ ਦੇ ਪਾਸੋਂ ਨਹੀਂ ਉਤਾਰਿਆ ਜਾ ਰਿਹਾ। ਖੈਂਚੋ ਖਿਚੇ ਨਾ ਪਾਟਿਓ ਪਟ ਹੈ, ਅਚਰਜ ਭਏ ਲੋਕ ਸਭ ਲਟ ਹੈ। ਉਸ ਚੋਲੇ ਨੂੰ ਖਿੱਚਦੇ ਨੇ ਪਰ ਉਹ ਚੋਲਾ ਖਿੱਚਿਆ ਨਹੀਂ ਜਾ ਰਿਹਾ। ਉਸ ਚੋਲੇ ਨੂੰ ਪਾੜਨ ਦੀ ਕੋਸ਼ਿਸ਼ ਕਰਦੇ ਨੇ ਪਰ ਸਾਧ ਸੰਗਤ ਜੀ ਨਹੀਂ ਫਟ ਰਿਹਾ। ਹੁਣ ਕੀ ਹੋਇਆ ਕਿ ਸਾਰੇ ਲੋਕਾਂ ਨੇ ਜਦੋਂ ਜ਼ੋਰ ਲਾਇਆ ਏ, ਵਜ਼ੀਰਾਂ ਨੇ ਜ਼ੋਰ ਲਾ ਲਿਆ ਏ ਤੇ ਜ਼ੋਰ ਲਾ ਕੇ ਵਾਪਸ ਮੁੜ ਗਏ ਹਨ। ਸ਼ਾਹ ਸੁਣੀ ਇਸ ਬਿਦ ਸੁਰ ਜਬ ਹੀ, ਕਿਉ ਕ੍ਰੋਧ ਬੋਲਿਓ ਬਚ ਤਬ ਹੀ। ਹੁਣ ਜਦੋਂ ਰਾਜੇ ਨੇ ਆਪਣੇ ਵਜ਼ੀਰਾਂ ਦੇ ਪਾਸੋਂ ਇਹ ਵਾਰਤਾ ਸੁਣੀ ਹੈ ਨਾ, ਕਿਉਂਕਿ ਸਾਧ ਸੰਗਤ ਜੀ ਕਿਸੇ ਦੀ ਜਦੋਂ ਵਡਿਆਈ ਹੁੰਦੀ ਹੋਵੇ ਤੇ ਸਾਡੇ ਕੋਲੋਂ ਜਰਿਆ ਨਹੀਂ ਜਾਂਦਾ, ਸਾਡੀ ਇਹ ਫਿਤਰਤ ਹੈ। ਤੇ ਇਸੇ ਤਰ੍ਹਾਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਾਰੇ ਜਦੋਂ ਜਾ ਕੇ ਉਸ ਰਾਜੇ ਦੇ ਵਜ਼ੀਰਾਂ ਨੇ ਦੱਸਿਆ ਏ, ਤੇ ਜਿਹੜਾ ਰਾਜਾ ਹੈ ਸਾਧ ਸੰਗਤ ਜੀ ਅੱਗ ਬਬੂਲਾ ਹੋਇਆ ਏ, ਕ੍ਰੋਧ ਦੇ ਵਿੱਚ ਆ ਕਰਕੇ ਉਸ ਰਾਜੇ ਨੇ ਆਪਣੇ ਵਜ਼ੀਰਾਂ ਨੂੰ ਬਚਨ ਕੀਤੇ ਹਨ। या मैं सब हिंदू के लक्षण, डूबो अब के जाए विलक्षण। ते राजे ने भला अपने वजीरां नूं की किया है, कहन लगा कि ये जेड़ा वजीर है जिहदे तन तो तुसी चोला उतारन लई गए सी, इहदे लक्षण हिंदुआं वर्गे ने, ਤੁਸੀਂ ਇਹਨੂੰ ਤੁਰੰਤ ਪਕੜ ਲਵੋ ਤੇ ਜਾ ਕੇ ਪਾਣੀ ਦੇ ਵਿੱਚ ਇਸ ਨੂੰ ਰੋੜ ਨਾ ਕਰੋ। ਦੋਹਰਾ ਸੁਨ ਵਜ਼ੀਰ ਗੁਰ ਢਿਗ ਆਇਓ, ਅਤਿਸ਼ੈ ਰਿਸ ਕਰ ਸੋਏ। ਹੁਣ ਸਾਧ ਸੰਗਤ ਜੀ ਵਜ਼ੀਰਾਂ ਨੇ ਜਦੋਂ ਆਪਣੇ ਰਾਜੇ ਦੀ ਗੱਲ ਸੁਣੀ ਹੈ, ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਆਇਆ ਏ, ਤੇ ਸਾਧ ਸੰਗਤ ਜੀ ਹੁਣ ਉਹ ਗੁੱਸਾ ਲੈ ਕਰਕੇ ਮਨ ਦੇ ਵਿੱਚ ਪਹੁੰਚੇ ਹਨ। ਗਹਿ ਗੰਭੀਰ ਸਰਤਾ ਵਿਖੈ, ਡਾਰ ਦਿਓ ਬੋਲੋਏ। ਤੇ ਸਾਧ ਸੰਗਤ ਜੀ ਉਸ ਰਾਜੇ ਦੇ ਵਜ਼ੀਰਾਂ ਨੇ ਕੀ ਕੀਤਾ ਏ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਤਾਂ ਨਦੀ ਦੇ ਵਿੱਚ ਉਹਨਾਂ ਵਜ਼ੀਰਾਂ ਨੇ ਸੁੱਟਣਾ ਹੀ ਸੁੱਟਣਾ ਸੀ, ਪਰ ਕੀ ਵਾਪਰਿਆ ਏ ਕਿ ਉਸ ਰਾਜੇ ਦੇ ਵਜ਼ੀਰਾਂ ਨੇ ਇੰਨਾ ਕਸ਼ਟ ਕਰਨਾ ਕੀਤਾ ਏ ਕਿ ਸਾਧ ਸੰਗਤ ਜੀ ਉਸ ਨਗਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਉਹਨਾਂ ਲੋਕਾਂ ਨੇ ਪਾਣੀ ਦੇ ਵਿੱਚ ਸੁੱਟ ਦਿੱਤਾ ਹੈ। ਚਾਉ ਪਈ ਸੋ ਖਿਲ ਕਾ ਪੀਜਤ ਮਹਿ ਪਇਓ, ਕਨ ਕੋ ਨੀਰ ਨ ਤਾ ਕੋ ਛੁਇਓ। ਹੁਣ ਜਦੋਂ ਵਜ਼ੀਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਏ, ਐਸੀ ਪ੍ਰਮਾਤਮਾ ਦੀ ਕਿਰਪਾ ਵਾਪਰੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਖੁਦ ਉਸ ਪ੍ਰਮਾਤਮਾ ਦੀ ਜੋਤ ਦੇ ਸਰੂਪ ਸਨ। ਤੇ ਜਦੋਂ ਸਾਧ ਸੰਗਤ ਜੀ ਵਜ਼ੀਰਾਂ ਵੱਲੋਂ ਸੁੱਟਿਆ ਗਿਆ ਹੈ ਨਾ,
ਤੇ ਕਵੀ ਜੀ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜਾ ਤਨ ਤੇ ਚੋਲਾ ਪਾਇਆ ਹੋਇਆ ਏ, ਉਹ ਚੋਲਾ ਪਾਣੀ ਦੇ ਨਾਲ ਭਿੱਜਿਆ ਨਹੀਂ, ਤੇ ਪਾਣੀ ਦਾ ਇੱਕ ਵੀ ਤੁਪਕਾ ਉਸ ਚੋਲੇ ਨੂੰ ਛੋ ਨਹੀਂ ਸਕਿਆ। ਨਿਕਸ ਨਦੀ ਤੇ ਗੁਣੀ ਗਹੀਰਾ, ਬੈਠੇ ਵਰਤ ਸੀ ਕੇ ਤੀਰਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨਦੀ ਦੇ ਵਿੱਚੋਂ ਬਾਹਰ ਆਏ ਨੇ, ਤੇ ਜਦੋਂ ਸਾਧ ਸੰਗਤ ਜੀ ਬਾਹਰ ਨਿਕਲੇ ਨੇ ਤੇ ਬਾਹਰ ਨਿਕਲ ਕੇ ਕੀ ਕੀਤਾ ਏ ਕਿ ਉਸ ਨਦੀ ਦੇ ਕਿਨਾਰੇ ਤੇ ਬੈਠ ਗਏ ਨੇ, ਜਿੱਥੇ ਰਾਜੇ ਦੇ ਵਜ਼ੀਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੁੱਟਿਆ ਗਿਆ ਸੀ। ਭਿਖੈ ਤਮਾਸ਼ੋ ਨਰ ਤੇ ਕਾਲਾ, ਅਚਰਜ ਮਾਨਿਓ ਹਿਰਦੈ ਬਸਾਲਾ। ਹੁਣ ਜਿਹੜੇ ਲੋਕ ਇਹ ਤਮਾਸ਼ਾ ਦੇਖ ਰਹੇ ਸਨ, ਜਦੋਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਕੌਤਕ ਤੱਕਿਆ ਏ, ਤੇ ਮਨ ਦੇ ਵਿੱਚ ਬਹੁਤ ਵਿਚਾਰ ਚੱਲੇ ਨੇ, ਤੇ ਇਹ ਸਾਰਾ ਕੌਤਕ ਦੇਖ ਕਰਕੇ ਹੈਰਾਨ ਹੋ ਰਹੇ ਹਨ। ਪਾਤਸ਼ਾਹ ਕੋ ਖਬਰ ਸੁਣਾਈ, ਬੂਢਤ ਨੇ ਬਹੁ ਕੀਨ ਉਪਾਈ। ਹੁਣ ਉਹਨਾਂ ਵਜ਼ੀਰਾਂ ਨੇ ਬਾਦਸ਼ਾਹ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ ਹੈ ਕਿ ਅਸੀਂ ਤਾਂ ਬਹੁਤ ਯਤਨ ਕਰ ਚੁੱਕੇ ਹਾਂ, ਅਨੇਕ ਅਸੀਂ ਤਰੀਕੇ ਵਰਤੇ ਨੇ, ਪਰ ਉਹ ਗੁਰੂ ਨਾਨਕ ਜਿਹੜਾ ਦਰਵੇਸ਼ ਹੈ ਉਹ ਡੁੱਬਣ ਦਾ ਨਾਂ ਹੀ ਨਹੀਂ ਲੈ ਰਿਹਾ। ਸ਼ਾਹ ਕਹੈ ਪਾਵਕ ਮੈਂ ਜਾਰੋ, ਲੇ ਕਾਸ਼ਟ ਬਹੁ ਉਪਰ ਡਾਰੋ। ਹੁਣ ਬਾਦਸ਼ਾਹ ਨੇ ਹੁਕਮ ਦਿੱਤਾ ਏ ਕਿ ਜੇਕਰ ਇਸ ਨੂੰ ਪਾਣੀ ਕੁਝ ਨਹੀਂ ਕਰ ਸਕਿਆ ਤੇ ਇਸ ਨੂੰ ਅੱਗ ਦੇ ਵਿੱਚ ਸਾੜ ਦਿਓ, ਤੇ ਬਹੁਤ ਸਾਰਾ ਬਾਲਣ ਹੈ ਇਸ ਦੇ ਉੱਪਰ ਤੁਸੀਂ ਸੁੱਟਣਾ ਕਰੋ। ਸੁਨ ਵਜ਼ੀਰ ਤਬ ਬਹੁਰ ਸਿਦਾਰਾ, ਕਾਸ਼ਟ ਕੋ ਵੱਢ ਲਾਏ ਅੰਬਾਰਾ। ਹੁਣ ਵਜ਼ੀਰਾਂ ਨੇ ਫਿਰ ਹੁਕਮ ਮੰਨਿਆ ਆਪਣੇ ਬਾਦਸ਼ਾਹ ਦਾ। ਹੁਕਮ ਮੰਨ ਕਰਕੇ ਸਾਧ ਸੰਗਤ ਜੀ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਲੱਕੜਾਂ ਦਾ ਵੱਡਾ ਢੇਰ ਜਿਹੜਾ ਉਹ ਲਗਾ ਦਿੱਤਾ ਹੈ। ਦੋਹਰਾ ਬੀਚ ਬਸਾਏ ਸਤਿਗੁਰੂ, ਚਾਹੋ ਦਿਸ਼ ਦੀਨ ਲਗਾਏ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਸ ਰਾਜੇ ਦੇ ਕੀਤੇ ਹੋਏ ਹੁਕਮਾਂ ਦੇ ਅਨੁਸਾਰ ਸਾਧ ਸੰਗਤ ਜੀ ਲੱਕੜਾਂ ਇਕੱਠੀਆਂ ਕੀਤੀਆਂ ਹੋਈਆਂ ਨੇ। ਉਹਨਾਂ ਲੱਕੜਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਿਠਾ ਦਿੱਤਾ ਗਿਆ ਹੈ, ਤੇ ਰਾਜੇ ਦੇ ਕੀਤੇ ਹੋਏ ਹੁਕਮਾਂ ਦੇ ਅਨੁਸਾਰ ਉਸ ਸਾਧ ਸੰਗਤ ਜੀ ਜਿਹੜੀਆਂ ਲੱਕੜਾਂ ਨੇ ਉਹਨਾਂ ਨੂੰ ਰਾਜੇ ਦੇ ਵਜ਼ੀਰਾਂ ਵੱਲੋਂ ਅਗਨ ਭੇਟ ਕਰ ਦਿੱਤਾ ਹੈ। ਆਚ ਰੋਮ ਕੋ ਨਹਿ ਲੱਗੀ, ਆਗਣ ਗਈ ਸਿਤ ਲਾਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅੱਗ ਜਿਹੜੀ ਛੋ ਵੀ ਨਹੀਂ ਸਕੀ। ਉਲਟਾ ਕੀ ਹੋਇਆ ਏ ਕਿ ਜਦੋਂ ਰਾਜੇ ਦੇ ਵਜ਼ੀਰਾਂ ਨੇ ਅੱਗ ਲਾਈ ਹੈ, ਤੇ ਸਾਧ ਸੰਗਤ ਜੀ ਐਸੀ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਉਹ ਜਿਹੜੀ ਅੱਗ ਉਹ ਮਿੰਟ ਦੇ ਵਿੱਚ ਠੰਡੀ ਹੋ ਗਈ ਹੈ। ਚੌਪਈ ਕਾਸ਼ਟ ਭਸਮ ਪਏ ਤਿਸ ਥਾਈ, ਸਤਿਗੁਰ ਬੈਠੇ ਬੀਚ ਸੁਹਾਈ। ਉਹ ਲੱਕੜਾਂ ਸੜ ਕੇ ਸੁਆਹ ਵੀ ਹੋ ਰਹੀਆਂ ਨੇ, ਪਰ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਤਰ੍ਹਾਂ ਉਹਨਾਂ ਲੱਕੜਾਂ ਦੇ ਵਿੱਚ ਬੈਠੇ ਹੋਏ ਨੇ। ਸੁਣੀ ਖਬਰ ਕੋ ਪਾਤਸ਼ਾਹੂ, ਇਹ ਫਕੀਰ ਚੇਟ ਕੀ ਆਓ। ਹੁਣ ਜਦੋਂ ਬਾਦਸ਼ਾਹ ਨੇ ਖਬਰ ਸੁਣੀ ਹੈ ਤੇ ਬਹੁਤ ਸਾਧ ਸੰਗਤ ਜੀ ਕ੍ਰੋਧਵਾਨ ਹੋਇਆ ਹੈ, ਤੇ ਕ੍ਰੋਧਵਾਨ ਹੋ ਕਰਕੇ ਕੀ ਕਿਹਾ ਹੈ ਕਿ ਇਹ ਕੋਈ ਫਕੀਰ ਨਹੀਂ, ਇਹ ਤਾਂ ਜਾਦੂਗਰ ਹੈ, ਜਿਹੜਾ ਆਪਣੇ ਜਾਦੂ ਦੇ ਨਾਲ ਇਹ ਕਰਾਮਾਤਾਂ ਦਿਖਾ ਕਰਕੇ ਲੋਕਾਂ ਨੂੰ ਭਰਮਾ ਰਿਹਾ ਹੈ। ਮਾਮਾ ਦੂਰ ਕਰ ਮਾਰੋ ਅਬਈ,
आस का चल आयो टिग तब ही। ते कहन लगा कि हुणे गुरु नानक देव जी महाराज जी नूं मेरे सामने लियाओ ते मेरे सामने इन्हां नूं मारना करो। ते साध संगत जी अजिहे बचन करदियां सार ਉਹ ਰਾਜਾ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆਇਆ ਹੈ। ਬਾਹੋ ਪਾਹਨ ਕੇ ਤਰੇ ਦਬਾਇਓ ਪਾਰ ਸਹਸ ਮਨ ਉਪਰ ਆਇਓ। ਹੁਣ ਪੱਥਰਾਂ ਦਾ ਭਾਰ ਇਕੱਠਾ ਕੀਤਾ ਹੈ। ਪੱਥਰਾਂ ਦਾ ਭਾਰ ਇਕੱਠਾ ਕਰ ਕਰਕੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਹਦੇ ਵਿੱਚ ਦਬਾਇਆ ਏ ਤੇ ਬਹੁਤ ਸਾਰਾ ਜਿਹੜਾ ਬੋਝ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉੱਪਰ ਪਾਉਣਾ ਕੀਤਾ ਹੈ। ਇਉਂ ਦਬਾਏ ਕਰ ਸਦਨ ਸਿਦਾਰੇ ਆਬ ਮਰ ਜਹ ਬਚਨ ਉਚਾਰੇ। ਤੇ ਹੁਣ ਸਾਧ ਸੰਗਤ ਜੀ ਪੱਥਰਾਂ ਦੇ ਵਿੱਚ ਦਬਾ ਕਰਕੇ ਆਪਣੇ ਵੱਲੋਂ ਇਹ ਬਚਨ ਕਰਕੇ ਮਨ ਦੇ ਵਿੱਚ ਸੋਚ ਵਿਚਾਰ ਕਰਕੇ ਚਲੇ ਗਏ ਨੇ कि सवेर होवेगी ते पत्थरां दे हेठां आपे दब करके मर जावेगा। पर साध संगत जी अगे की वापरिया है। भोर पई पुन तिसीस थाना आन बिराजे कृपा निदाना। हुण साध संगत जी सवेर हुई है ते कृपा की वापरी है। गुर का बचन बसे जी नाले जल नहीं डूबे तस कर नहीं लेवे पाहे न साके जाले। अजही कृपा गुरु नानक देव जी महाराज जी दी हुई है। समय दी सरकार कष्ट दे रही है गुरु नानक देव जी महाराज जी। कदी पानी दे विच रोड़दी है, कदी साध संगत जी अग्नि दे विच बिठा दिंदी है ते कदी पत्थरां दे हेठां दे आंदी है। पर ऐसी परमात्मा दी कृपा है कि गुरु नानक देव जी महाराज जिस स्थान ते ओ लोक गुरु नानक देव जी महाराज जी नूं पत्थरां दे हेठां दब के गए ने जगत गुरु धन गुरु नानक देव जी महाराज सवेर वेले उस स्थान ते फिर बैठे हुए हैं। नर बिलोक हिरदे बिसमाए एह फकीर गत जान न जाए। हुण लोकां ने जदों ये आश्चर्य गुरु नानक देव जी महाराज जी दे देखे ने ते साध संगत जी देख करके बहुत हैरान होए ने। हुण कहन लगे ने कि ये तां सच्ची कोई फकीर है जिहदी साडे कोलों कला जानी नहीं गई। पातशाही के जाए अगारी सुध मानव न तब उचारी। हुण ओ लोक बादशाह दे कोल गए ने ते बादशाह दे सन्मुख हो करके साध संगत जी लोकां ने जा करके ते खबर दिती है। जह साथी जुग तिह था वैसा चकृत पयो बैन सुन ऐसा। हुण साध संगत जी जिस स्थान ते गुरु नानक देव जी महाराज जी दे दो साथी बैठे सन उन्होंने बादशाह ने जाके खबर दी है कि जिथे उन्होंने आपा दबा के आए सी जिथे उन्होंने दो साथी बैठे सन वो तो फिर उस स्थान ते उस तरह बैठे हुए हैं। या खुदाए क्या पयो सिरारा मंत्रिण मिल कर कीन चारा। हुण जदों वजीरां ने ये सारी गल जाके दसी है ते गुरु नानक देव जी महाराज जी की जदों ये महिमा सुनी है उस बादशाह ने ते साध संगत जी बादशाह ने हुण अपने वजीरां दे नाल ये विचार कीती है कि पता नहीं ये परमात्मा दा की भेत है। उस परमात्मा दे रंगां नूं कोई जान नहीं सकदा।
इस तरह की विचार हुण वो बादशाह अपने वजीरां दे नाल कर रहा है। जे बैठे ते टिकदा नाए, कहन लगे ए रूप खुदाए। हुण जिहड़े सियाणे लोग सन बादशाह दे कोल बैठे हुए बादशाह नूं कहन लगे ने कि राजन ये कोई सधारण मनुख नहीं, ये जिन्हों आपां सजावां दे रहे हैं, बार बार कष्ट दे रहे हैं, ये तो कोई परमात्मा दा स्वरूप है जिन्हों आपां जान नहीं सकते। आवरण मह अजमत नह एती, तेह पद पूजो शरदा सेती। हुण साध संगत जी बचन की आउंदा है कि गुर समरथ अपार गुर बड़भागी दर्शन होए। हुण साध संगत जी ऐसी अवस्था उन्हां लोकां दी बनी है ते कहन लगे ने कि होर किसे विच कोई इन्नी शक्ति नहीं कि वो अग तो बच सके, पानी दे विचों डुब सके, जां पत्थरां दे विचों जीवत उठ सके। ये तो कोई साधारण मनुख नहीं हो सकता, ये तो कोई चंगा संत महापुरुष है। ते कृपा करो तुसी इन्हां दे चरण कमलां दी पूजा करना करो। कर उपाय तुम सब पचहारे, मारियो मरत न किसी प्रकारे। हुण वो बादशाह दे वजीर कहन लगे ने कि राजन बहुते जतन तो आपां कर चुके हैं, बहुत अपने वालों कोशिशां कर सके हाँ कि वो जेड़ा दरवेश जिन्हें चोला पाया है उन्होंने मौत दे घाट उतार दईए, पर वो इन्ने जतना दे सदका भी मारिया नहीं गया। ते हुण की करिए, होए अधीन गहो पद जाई, खता लियो अपनी बख्शाई। ते राजे दे वजीर कहन लगे ने कि हुण तां निमरता ही धारनी चंगी है। जेकर निमर भाव दे नाल ओदे दर ते जा करके जिथे वो बैठे ने, जेकर उन्हां दे चरण आपां फड़ लईए तां अपने कीते हुए सारे ये जिहड़े पाप ने वो फकीर कट देवेगा। अजमत देख बचन को सुन कर, कंप्यो पातशाह पै मन कर। हुण जदों साध संगत जी करामाता सुनिया ने गुरु नानक देव जी महाराज जी दियां, ते बादशाह दे मन दे विच हुण निमरता आई है। ते जदों अपने मंत्री दियां गल्लां साध संगत जी सुन रहा है ना, ते मन दे विच बहुत ज्यादा जिहड़ा डर बनिया होया है। ते अगे की होया है, बहुत अवज्ञा कीनी मोही, सर्ब विलायत गर्क न होई। हुण डरदा डरदा मन दे विच की सोच रहा है कि जिन्हां नूं मैं दुख दिते ने, जिन्हां दी महिमा नूं मैं जान नहीं सकिया, किते कोई भाना ही ना वरता दे, किते मेरा ये चढ़ सारा राज है नष्टी ना हो जावे। आनक उपायन कर मैं तारी, लेकर गमणियो गुरु अगारी। निमरता दे घर दे विच आया है, बहुत सारिया कीमती भेटावां लै करके गुरु नानक देव जी महाराज जी दे पास पहुंचा है। ते साध संगत जी अवस्था की बनी हुई है, मेचक रंग महा जिस केरो, तय करके मन दीन कनेरो। इन्ना डर है हृदय दे विच कि कवि जी लिखते ने कि जिहड़ा राजे दा रंग गद गद करदा सी, उस राजे दा अज गद गद करदा होया रंग जिहड़ा सारा खामोशी दे कारण काला पया होया सी।
ਭਾਵ ਕਿ ਚਿਹਰੇ ਤੇ ਕੋਈ ਵੀ ਰੌਣਕ ਨਹੀਂ ਸੀ। ਤੇ ਸਾਧ ਸੰਗਤ ਜੀ ਮਨ ਦੇ ਵਿੱਚ ਨਿਮਾਨਤਾ ਜੀ ਧਾਰ ਕੇ ਆਪਣੇ ਆਪ ਨੂੰ ਭਿਖਾਰੀ ਸਮਝ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰ ਤੇ ਆਇਆ। ਆਏ ਚਰਨ ਪੰਕਜ ਲਪਟਾਇਓ, ਹਾਥ ਬੰਦ ਕਾ ਬਚਨ ਅਲਾਇਓ। ਉਹ ਬਾਦਸ਼ਾਹ ਹੁਣ ਸਾਧ ਸੰਗਤ ਜੀ ਨਿਮਰਤਾ ਦੇ ਘਰ ਦੇ ਵਿੱਚ ਆ ਕਰਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਆਇਆ ਏ, ਚਰਨਾਂ ਦੇ ਵਿੱਚ ਢਹਿ ਪਿਆ ਏ ਤੇ ਹੱਥ ਬੰਨ੍ਹ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ। ਬੇਨਤੀ ਕੀ ਹੈ? ਮੈਂ ਬਹੁਤੀ ਕੀਨੀ ਤਕਸੀਰੰ, ਬਖਸ਼ੋ ਅਬ ਤੁਮ ਗੁਣੀ ਗਹੀਰਾ। ਬੇਨਤੀ ਕੀਤੀ ਹੈ ਕਿ ਦਰਵੇਸ਼ ਮੈਂ ਬਹੁਤ ਹੀ ਵੱਡੀ ਭੁੱਲ ਕਰ ਬੈਠਾ ਸਾਂ, ਮੈਂ ਤੁਹਾਡਾ ਜਿਹੜਾ ਸਰੂਪ ਉਹਨੂੰ ਜਾਣ ਨਹੀਂ ਸਕਿਆ। ਹੁਣ ਤੁਸੀਂ ਕਿਰਪਾ ਕਰੋ, ਮੇਰੀ ਜਿਹੜੀ ਭੁੱਲ ਹੈ ਉਹਨੂੰ ਬਖਸ਼ਣਾ ਕਰੋ, ਤਾਂ ਕਿ ਮੇਰੇ ਜਿਹੜੇ ਕੀਤੇ ਹੋਏ ਪਾਪ ਨੇ ਉਹ ਸਾਰੇ ਨਸ਼ਟ ਕਰਕੇ ਤੇ ਸੁੱਖਾਂ ਦੀ ਪ੍ਰਾਪਤੀ ਜਿਹੜੀ ਮੇਰੇ ਮਨ ਦੇ ਵਿੱਚ ਪ੍ਰਵੇਸ਼ ਕਰਨਾ ਕਰੋ। ਪੀਰਨ ਪੀਰ ਕੇ ਆਪ ਖੁਦਾਏ, ਹੋ ਪ੍ਰਸੰਨ ਨਾ ਪਰ ਹੋ ਲਖਾਏ। ਤੇ ਕਹਿਣ ਲੱਗਾ ਹੈ ਕਿ ਤੁਸੀਂ ਤਾਂ ਪੀਰਾਂ ਦੇ ਪੀਰ ਹੋ, ਦਰਵੇਸ਼ਾਂ ਦੇ ਵੀ ਦਰਵੇਸ਼ ਹੋ, ਤੁਸੀਂ ਤਾਂ ਗੁਪਤ ਹੋ, ਜਾਣੇ ਨਹੀਂ ਜਾ ਸਕਦੇ। ਭਾਵ ਕਿ ਤੁਹਾਡੀ ਜਿਹੜੀ ਦਸ਼ਾ ਏ ਉਹ ਮੇਰੇ ਪਾਸੋਂ ਜਾਣੀ ਨਹੀਂ ਗਈ ਤੇ ਮੈਂ ਤੁਹਾਡੇ ਉੱਪਰ ਅਨੇਕਾਂ ਜਿਹੜੇ ਕਸ਼ਟ ਨੇ ਉਹ ਦੇਣੇ ਕੀਤੇ ਹਨ। ਰਾਵਰ ਕੀ ਰਜਾਇ ਔਰ ਧਰਿਓ, ਬਾਹਰ ਅਵਗਿਆ ਫਿਰ ਨਾ ਕਰਿਓ। ਤੇ ਕਹਿਣ ਲੱਗਾ ਏ ਕਿ ਹੁਣ ਮੈਂ ਮਨ ਦੇ ਵਿੱਚ ਤੁਹਾਡੇ ਪ੍ਰਤੀ ਜਿਹੜੀ ਪੱਕੀ ਧਾਰਨਾ ਉਹ ਧਾਰਾਂਗਾ, ਕਦੀ ਵੀ ਤੁਹਾਡੇ ਬਾਰੇ ਮਨ ਦੇ ਵਿੱਚ ਮਾੜਾ ਵਿਚਾਰ ਨਹੀਂ ਲਿਆਵਾਂਗਾ ਤੇ ਤੁਹਾਡੇ ਪ੍ਰਤੀ ਮਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਤਿਕਾਰ ਉਹ ਧਾਰਨ ਕਰਕੇ ਤੁਹਾਡੀ ਦਿਨ ਰਾਤ ਮੂਰਤ ਨੂੰ ਧਿਆਨ ਚਿੱਤ ਵਿੱਚ ਰੱਖਾਂਗਾ। ਤੇ ਜਿਹੜੀ ਵੀ ਤੁਹਾਡੀ ਆਗਿਆ ਹੋਵੇਗੀ ਮੈਂ ਤੁਹਾਡੀ ਉਸ ਆਗਿਆ ਦਾ ਹੁਕਮ ਮੰਨਾਂਗਾ, ਕਦੀ ਵੀ ਉਸ ਆਗਿਆ ਨੂੰ ਉਲੰਘਣਾ ਕਰਕੇ ਨਹੀਂ ਜਾਵਾਂਗਾ। ਭਾ ਅਨਜਾਨ ਪਨੇ ਮੈਂ ਦੋਸ਼ਾ, ਕਰਹੁ ਮਿਹਰ ਪਰ ਹੁਰ ਉਰ ਹੋਸਾ। ਤੇ ਕਹਿਣ ਲੱਗਾ ਏ ਕਿ ਦਰਵੇਸ਼ ਜੀ ਮੇਰੇ ਪਾਸ ਗਿਆਨ ਨਹੀਂ ਸੀ, ਮੇਰੇ ਹਿਰਦੇ ਦੇ ਵਿੱਚ ਅਗਿਆਨਤਾ ਸੀ, ਅਗਿਆਨਤਾ ਦੇ ਕਾਰਨ ਮੇਰੇ ਪਾਸੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਤੇ ਹੁਣ ਤੁਸੀਂ ਮਿਹਰ ਕਰੋ, ਆਪਣੇ ਹਿਰਦੇ ਦੇ ਵਿੱਚੋਂ ਗੁੱਸਾ ਕੱਢ ਦਿਓ ਤੇ ਮੈਨੂੰ ਬਖਸ਼ਣਾ ਕਰੋ। ਦੀਨ ਦੇਖ ਕਰ ਦੀਨ ਦਇਆਲਾ, ਕਹਿਓ ਕਰਨ ਉਪਕਾਰ ਵਿਸਾਲਾ। ਹੁਣ ਸਾਧ ਸੰਗਤ ਜੀ ਉਸ ਰਾਜੇ ਨੇ ਨਿਮਰਤਾ ਦੇ ਘਰ ਦੇ ਵਿੱਚ ਆ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੀਨਤਾ ਦੇ ਘਰ ਦੇ ਵਿੱਚ ਆ ਕਰਕੇ ਸਮਝਣਾ ਕੀਤਾ ਏ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦੀਨਤਾ ਦੇਖ ਕੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਹਾ ਏ ਕਿ ਮੇਰੇ ਉੱਪਰ ਤੁਸੀਂ ਕੋਈ ਉਪਕਾਰ ਜਿਹੜਾ ਉਹ ਕਰਨਾ ਕਰੋ। ਇਹ ਰਾਜੇ ਨੇ ਸਾਰੀ ਬੇਨਤੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਕੀਤੀ ਹੈ। ਤੇ ਸਾਧ ਸੰਗਤ ਜੀ ਹੁਣ ਕੱਲ ਦੇ ਪ੍ਰਸੰਗ ਦੇ ਵਿੱਚ ਕੀ ਹੈ ਕਿ ਕੀ ਬੇਨਤੀ ਕਰ ਰਿਹਾ ਉਹ ਰਾਜਾ, ਉਹ ਆਪਾਂ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਹੁਣ ਉਹ ਉਸ ਰਾਜੇ ਦੀ ਸਾਧ ਸੰਗਤ ਦੀ ਅਵਸਥਾ ਕੀ ਬਣੀ ਹੋਈ ਹੈ, ਆਓ ਸ਼ਬਦ ਦੇ ਰਾਹੀਂ ਉਸ ਅਵਸਥਾ ਨੂੰ ਆਪਾਂ ਸਾਂਝਾ ਕਰੀਏ। ਸ਼ਬਦ ਪੜ੍ਹੀਏ ਉੱਚੀ ਆਵਾਜ਼ ਦੇ ਵਿੱਚ। ਹਮ ਸਰ ਦੀਨ ਦਇਆਲ ਨ ਤੁਮ ਸਰ, ਹਮ ਸਰ ਦੀਨ ਦਇਆਲ ਨ ਤੁਮ ਸਰ।
हम सार दीन दयाल न तुम सार, हम सार दीन दयाल न तुम सार। अब पतियार क्या कीजै, अब पतियार क्या कीजै। अब पतियार क्या कीजै, अब पतियार क्या कीजै। हम सार दीन दयाल न तुम सार, हम सार दीन दयाल न तुम सार। अब पतियार क्या कीजै, अब पतियार क्या कीजै। बचनी तोर मोर मन मानै, बचनी तोर मोर मन मानै। बचनी तोर मोर मन मानै, बचनी तोर मोर मन मानै। जन कौ पूरन दीजै, जन कौ पूरन दीजै। जन कौ पूरन दीजै, जन कौ पूरन दीजै। बचनी तोर मोर मन मानै, बचनी तोर मोर मन मानै। बचनी तोर मोर मन मानै, बचनी तोर मोर मन मानै। जन को पूरन दीजै, जन को पूरन दीजै। हम सार दीन दयाल न तुम सार, हम सार दीन दयाल न तुम सार। हम सार दीन दयाल न तुम सार, हम सार दीन दयाल न तुम सार। हम सार दीन दयाल न तुम सार, हम सार दीन दयाल न तुम सार। दयाल न तुम सार, हम सार दीन दयाल न तुम सार। वाहिगुरु जी का खालसा, वाहिगुरु जी की फतेह।